ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 128 ਦੇ ਉੱਪਰ ਅੰਕਿਤ ਗੁਰੂ ਉਪਦੇਸ਼ ਦੇ ਦੀਦਾਰ ਕਰਕੇ ਜੀਵਨ ਜੁਗਤ ਜਿਉਣ ਦੀ ਜੁਗਤ ਸਿੱਖਣ ਦਾ ਯਤਨ ਕਰਾਂਗੇ। ਅੱਜ ਮਾਝ ਰਾਗ ਦੀ 31ਵੀਂ ਅਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ 30ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਮਾਝ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਨ ਮੁਖ ਪੜ੍ਹੈ ਪੰਡਿਤ ਕਹਾਵੈ, ਆਪਣੇ ਸੁਭਾਅ ਦੇ ਪਿੱਛੇ ਲੱਗ ਕੇ, ਆਪਣੇ ਮਨ ਦੇ ਪਿੱਛੇ ਲੱਗ ਕੇ। ਪਿਛਲੀ ਅਸ਼ਟਪਦੀ ਵਿੱਚ ਕਿਹਾ ਸੀ, ਪੜ੍ਹਦੇ ਹਾਂ ਬੁੱਝਦੇ ਨਹੀਂ। ਜੇ ਬੁੱਝਦੇ ਨਹੀਂ, ਸਮਝਦੇ ਨਹੀਂ ਤੇ ਮੰਨਣ ਦੀ ਪ੍ਰਕਿਰਿਆ ਨਹੀਂ ਆਈ। ਮੰਨਣ ਦੀ ਪ੍ਰਕਿਰਿਆ ਨਹੀਂ ਆਈ ਤੇ ਜੀਵਨ ਵਿੱਚ ਜਿਉਇਆ ਨਹੀਂ ਗਿਆ। ਤਿੰਨ ਚੀਜ਼ਾਂ ਦੱਸੀਆਂ, ਪੜ੍ਹ, ਬੁੱਝ, ਮਨ, ਵਸਾ ਬਣਿਆ। ਚਾਰ, ਪੜ੍ਹਨਾ, ਬੁੱਝਣਾ, ਮਨ ਵਿੱਚ ਵਸਾਉਣਾ, ਮੰਨਣਾ, ਜ਼ਿੰਦਗੀ ਜਿਉਣਾ। ਵਸਾ ਬਣਿਆ ਭਾਵ ਜ਼ਿੰਦਗੀ ਜਿਉਣਾ। ਇੱਥੇ ਇੱਕ ਦੂਸਰਾ ਪੱਖ ਦੱਸ ਦਿੱਤਾ, ਪੜ੍ਹਦੇ ਨੇ, ਬੁੱਝਦੇ ਵੀ ਨੇ, ਗਿਆਨ ਵੀ ਮਿਲ ਜਾਂਦਾ ਹੈ। ਤੇ ਪੰਡਿਤ ਦੇ ਅਰਥ ਹੈ ਵਿਦਵਾਨ। ਵਿਦਵਾਨ ਵੀ ਕਹਾ ਲੈਂਦੇ ਨੇ, ਪਰ ਅੰਦਰੋਂ ਦੂਜੈ ਭਾਏ ਮਹਾਂ ਦੁੱਖ ਪਾਵਹਿ। ਅੰਦਰ ਜੋ ਭਾਵਨਾ ਹੈ ਉਹ ਸਵਾਰਥ ਦੀ ਹੈ, ਜਾਂ ਧੜੇਬੰਦੀਆਂ ਦੀ ਹੈ, ਜਾਂ ਦੁਨਿਆਵੀ ਪ੍ਰਾਪਤੀਆਂ ਦੀ ਹੈ। ਉਹ ਫਿਰ ਬਹੁਤ ਵੱਡਾ ਦੁੱਖ ਪਾਉਂਦੇ ਨੇ। ਕਿਉਂ? ਵੇਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਜੂਨੀ ਆਵਣਿਆ। ਅੰਦਰੋਂ ਕੁਸੰਗੀ ਰਸ, ਵਿਕਾਰੀ ਰਸ ਇੱਕ ਜ਼ਹਿਰ ਹੈ। ਇਸ ਰਸ ਵਿੱਚ ਮਸਤ ਹੁੰਦੇ ਨੇ। ਪ੍ਰਵਿਰਤੀ ਵਿਕਾਰੀ ਹੈ, ਪ੍ਰਵਿਰਤੀ ਲੋਭੀ ਹੈ, ਪ੍ਰਵਿਰਤੀ ਪਸ਼ੂ ਪ੍ਰਵਿਰਤੀ ਹੈ। ਮਨ ਵਾਰ-ਵਾਰ ਉਹਨਾਂ ਜੂਨੀਆਂ ਦੀ ਪ੍ਰਵਿਰਤੀ ਵਿੱਚ ਜਾਂਦਾ ਹੈ। ਫਿਰ ਜੂਨੀ ਆ ਬਣਿਆ। ਪਸ਼ੂ ਪ੍ਰਵਿਰਤੀ ਵਿੱਚ ਜਾਂਦਾ ਹੈ, ਫਿਰ ਵਾਪਸ ਆ ਜਾਂਦਾ ਹੈ। ਫਿਰ ਪਸ਼ੂ ਪ੍ਰਵਿਰਤੀ ਜਾਂਦਾ ਹੈ, ਫਿਰ ਵਾਪਸ ਆ ਜਾਂਦਾ ਹੈ। ਇੱਦਾਂ ਮਨ ਇਹ ਜੂਨੀਆਂ ਵਿੱਚ ਗੇੜੇ ਲਾਉਂਦਾ ਹੈ। ਗੁਰਬਾਣੀ ਅੰਦਰ ਇਹਨਾਂ ਪ੍ਰਵਿਰਤੀਆਂ ਨੂੰ ਬੜਾ ਸੋਹਣਾ ਨਿਖਾਰਿਆ ਗਿਆ। ਮੱਛੀ ਦੇ ਅੰਦਰ ਜੀਭ ਦਾ ਲਾਲਚ ਦੱਸਿਆ ਗਿਆ। ਜਦੋਂ ਬੰਦਾ ਜੀਭ ਦੇ ਲਾਲਚ ਵਿੱਚ ਬਿਮਾਰੀਆਂ ਸਹੇੜ ਲੈਂਦਾ ਹੈ, ਜਾਂ ਜੀਭ ਦੇ ਲਾਲਚ ਵਿੱਚ ਧਰਮ ਤੋਂ ਟੁੱਟ ਜਾਂਦਾ ਹੈ, ਜਾਂ ਜੀਭ ਦੇ ਲਾਲਚ ਵਿੱਚ ਰੱਬੀ ਮਾਰਗ ਤੋਂ ਪਾਸੇ ਹਟ ਜਾਂਦਾ ਹੈ, ਇਹ ਮਨ ਮੱਛੀ ਦੀ ਜੂਨੀ ਵਿੱਚ ਜਾਂਦਾ ਹੈ। ਉਸ ਵੇਲੇ ਇੱਦਾਂ ਹੀ ਪਤੰਗਾ ਹੈ, ਮਿਰਗ
ਮਾਫ਼ ਕਰਨਾ ਮਿਰਗ। ਮਿਰਗ ਦੇ ਅੰਦਰ ਲੋਭ ਲਾਲਚ ਗੁਰਬਾਣੀ ਅੰਦਰ ਦੱਸਿਆ ਗਿਆ ਹੈ, ਉਹਦੇ ਅੰਦਰ ਬੜੀ ਭਾਰੀ ਤ੍ਰਿਸ਼ਨਾ ਹੈ। ਸਾਹਮਣੇ ਇੱਕ ਸਬਜ਼ ਬਾਗ ਦੇਖਦਾ, ਉਹਨੂੰ ਲੱਗਦਾ ਉਹ ਪਾਣੀ ਹੈ, ਐਕਚੁਅਲੀ ਪਾਣੀ ਨਹੀਂ ਹੁੰਦਾ, ਫੋਬੀਆ, ਉਹ ਭੁਲੇਖਾ ਹੈ। ਉਸ ਭੁਲੇਖੇ ਵਿੱਚ ਪਿੱਛੇ ਭੱਜਦਾ ਹੈ, ਜਦੋਂ ਉੱਥੇ ਪਹੁੰਚਦਾ ਹੈ, ਉਹ ਹੁੰਦਾ ਨਹੀਂ ਹੈ, ਫਿਰ ਹੋਰ ਅੱਗੇ ਭੱਜਦਾ ਹੈ। ਇੱਦਾਂ ਹੀ ਜਦੋਂ ਮਨੁੱਖ ਦੇ ਅੰਦਰ ਇਹ ਦੌੜ ਲੱਗਦੀ ਆ, ਅਣਹੋਈ ਦੌੜ, ਬਹੁਤ ਸਾਰਾ ਪੈਸਾ ਹੋਵੇ, ਬਹੁਤ ਸਾਰੀ ਪ੍ਰਾਪਰਟੀ ਹੋਵੇ, ਰੱਜਦਾ ਹੀ ਨਹੀਂ। ਪ੍ਰਾਪਤ ਕਰਕੇ ਵੀ ਉਲਝਣ ਤਾਣੀ 'ਚ ਫਸਦਾ ਹੀ ਜਾਂਦਾ ਹੈ ਤੇ ਇਹ ਮਨ ਮਿਰਗ ਦੀ ਜੂਨੀ 'ਚ ਭਰਮਦਾ ਹੈ। ਇਸ ਤਰ੍ਹਾਂ ਪਸ਼ੂ ਪ੍ਰਵਿਰਤੀਆਂ ਵਿੱਚ ਇਹ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਮੈਂ ਬਲਿਹਾਰ ਜਾਨਾ ਉਹਨਾਂ ਤੋਂ, ਹਉ ਵਾਰੀ ਜਿਉ ਵਾਰੀ, ਹਉ ਮੈਂ ਮਾਰ ਮਿਲਾਵਣਿਆ। ਜਿਨ੍ਹਾਂ ਨੇ ਹੁਣ ਮਨ ਦੇ ਪਿੱਛੇ ਲੱਗ ਕੇ ਮਨਮੁਖਤਾਈ ਵਿੱਚ ਕੌਣ ਫਸਦਾ ਹੈ? ਜਿਹੜਾ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪਰਫੈਕਟ ਮੰਨੀ ਬੈਠਾ ਹੁੰਦਾ ਹੈ। ਉਹ ਆਪਣੀ ਸੋਚ ਨੂੰ ਪਰਫੈਕਟ ਮੰਨਣ ਕਰਕੇ ਸੋਚ ਦਾ ਐਨਾਲਿਸਿਸ ਨਹੀਂ ਕਰਦਾ, ਰਿਸਰਚ ਨਹੀਂ ਕਰਦਾ, ਉਹਦੀ ਪੜਚੋਲ ਨਹੀਂ ਕਰਦਾ। ਆਪਣੇ ਸੁਭਾਅ ਨੂੰ ਪਰਫੈਕਟ ਮੰਨੀ ਬੈਠਾ ਕਰਕੇ ਸੁਭਾਅ ਦੇ ਹਿੱਸੇ ਨੂੰ ਪਰਖਦਾ ਨਹੀਂ ਹੈ, ਇਹਦੇ ਵਿੱਚ ਕਮਜ਼ੋਰੀਆਂ ਕਿੱਥੇ ਨੇ। ਸਵੈ ਪੜਚੋਲ ਉਹਦੇ ਅੰਦਰ ਨਹੀਂ ਹੁੰਦੀ, ਸੈਲਫ ਐਨਾਲਾਈਸਿਸ ਨਹੀਂ ਹੁੰਦਾ ਉਹਦੇ। ਇਹੀ ਤੇ ਅਹਮ ਭਾਵ ਹੈ, ਇਹੀ ਤੇ ਹਉਮੈ ਹੈ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਨਾ ਉਹਨਾਂ ਤੋਂ ਜਿਹੜੇ ਕਹਿੰਦੇ ਨੇ, ਇਸ ਭਾਵਨਾ ਵਿੱਚ ਗੁਰੂ ਨੂੰ ਮਿਲਦੇ ਨੇ, ਸਤਿਗੁਰੂ ਜੀ ਅਸੀਂ ਸਿੱਖਣਾ ਹੈ ਆਪਣੇ ਸੁਭਾਅ ਨੂੰ ਸੰਵਾਰਨਾ, ਅਸੀਂ ਸਿੱਖਣਾ ਹੈ ਆਪਣੀ ਸੋਚ ਨੂੰ ਸੰਵਾਰਨਾ। ਸੋਹਿਲਾ ਸਾਹਿਬ ਦੇ ਅੰਦਰ ਬੜੀ ਕਮਾਲ ਦੀ ਪੰਕਤੀ ਹੈ। ਗੁਰੂ ਕਾ ਗੁਰਸਿੱਖ ਸੌਣ ਲੱਗਿਆਂ ਸੋਹਿਲਾ ਸਾਹਿਬ ਪੜ੍ਹਦਾ, ਉਸ ਪੰਕਤੀ ਵਿੱਚ ਐਕਸੈਪਟ ਕਰਦਾ ਹੈ। ਚੌਥਾ ਸ਼ਬਦ ਹੈ ਸੋਹਿਲਾ ਸਾਹਿਬ ਦਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਉਸ ਵਿੱਚ ਸਿੱਖ ਪੜ੍ਹਦਾ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ। ਐਕਸੈਪਟ ਕਰਦਾ ਮੇਰੇ ਅੰਦਰ ਵਿਕਾਰ ਨੇ, ਮੈਂ ਆਪਣੇ ਗੁਰੂ ਤੋਂ ਸਿੱਖਣਾ, ਮੈਨੇਜ ਕਰਨਾ। ਮਿਲ ਸਾਧੂ, ਸਾਧੂ ਦੇ ਅਰਥ ਹੈ ਗੁਰੂ, ਖੰਡਲ ਖੰਡਾ ਹੈ, ਇਹਨੂੰ ਮੈਨੇਜ ਕਰਨਾ ਸਿੱਖਣਾ। ਕਿਉਂਕਿ ਮਨ ਦਾ ਇੱਕ ਸੁਭਾਅ ਹੈ, ਜੇ ਮਨ ਦੇ ਪਿੱਛੇ ਲੱਗਾਂਗੇ ਨਾ, ਮਨ ਦਾ ਸੁਭਾਅ ਹੈ। ਕਿਹੜਾ ਵਿਅਕਤੀ ਹੈ ਜਿਹਨੂੰ ਕ੍ਰੋਧ ਨਹੀਂ ਆਉਂਦਾ ਹੋਏਗਾ? ਯਾਦ ਕਰਕੇ ਦੇਖੋ ਕਿ ਆਪਣੀ ਪਤਨੀ ਨਾਲ ਕਦੀ ਕ੍ਰੋਧ ਵਿੱਚ ਆ ਕੇ ਕੌੜੇ ਬੋਲ ਬੋਲ ਕੇ ਉਹਨੂੰ ਚੋਟਾਂ ਨਹੀਂ ਮਾਰੀਆਂ? ਕਿ ਕਦੀ ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ ਕੌੜੇ ਬੋਲ ਬੋਲ ਕੇ ਉਹਨਾਂ ਦੇ ਹਿਰਦੇ ਨੂੰ ਦੁਖੀ ਨਹੀਂ ਕੀਤਾ? ਕਿ ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਕੌੜੇ ਬੋਲ ਬੋਲ ਕੇ, ਮਿੱਤਰਾਂ ਨੂੰ ਕੌੜੇ ਬੋਲ ਬੋਲ ਕੇ ਚੋਟਾਂ ਨਹੀਂ ਮਾਰੀਆਂ? ਕੀ ਇਸ ਕੁੜੱਤਣ ਨੇ ਕਦੀ ਰਿਸ਼ਤੇ ਨਹੀਂ ਤੋੜੇ? ਕੀ ਇਸ ਕੁੜੱਤਣ ਨੇ, ਕ੍ਰੋਧ ਦੀ ਕੁੜੱਤਣ ਨੇ ਰਿਸ਼ਤਿਆਂ ਵਿੱਚ ਦੂਰੀਆਂ ਨਹੀਂ ਪਾਈਆਂ? ਪਾਈਆਂ ਨੇ। ਮਨਮੁਖ ਕਦੀ ਪੜਚੋਲ ਨਹੀਂ ਕਰੇਗਾ, ਗੁਰਮੁਖ ਪੜਚੋਲ ਕਰੇਗਾ। ਉਹ ਗੁਰੂ ਦੇ ਅੱਗੇ ਤਰਲੇ ਲਵੇ। ਇਹਨੂੰ ਕਹਿੰਦੇ ਨੇ ਹਉਮੈ ਮੇਟ ਦੇ। ਕਿਉਂਕਿ ਮਨ ਜਿਹੜਾ ਹੈ ਨਾ, ਉਹ ਕ੍ਰੋਧ ਤਾਂ ਕਰਦਾ ਹੈ, ਕ੍ਰੋਧੀ ਨਹੀਂ ਕਹਾਉਂਦਾ ਕਿ ਮੈਂ ਕ੍ਰੋਧੀ ਹਾਂ। ਤੇ ਗੁਰੂ ਕਾ ਗੁਰਸਿੱਖ ਐਕਸੈਪਟ ਕਰਦਾ ਮੈਂ ਕ੍ਰੋਧੀ ਹਾਂ। ਮੈਥੋਂ ਨਿੰਦਾ ਹੋ ਜਾਂਦੀ ਹੈ, ਮੈਂ ਨਿੰਦਕ ਹਾਂ। ਐਕਸੈਪਟ ਕਰਦਾ ਹੈ ਤਾਂ ਹਉਮੈ ਮਿਟਦੀ ਹੈ, ਨਿਮਰਤਾ ਵਿੱਚ ਗੁਰੂ ਦੇ ਅੱਗੇ ਝੁਕਦਾ ਹੈ, ਗੁਰੂ ਤੋਂ ਸਿੱਖਦਾ ਹੈ। ਤੇ ਗੁਰੂ ਤੋਂ ਸਿੱਖਣਾ, ਪੜ੍ਹਨਾ, ਬੁੱਝਣਾ, ਮੰਨਣਾ, ਪ੍ਰੈਕਟੀਕਲ ਜ਼ਿੰਦਗੀ ਜਿਉਣਾ, ਇਹੋ ਹੀ ਤੇ ਗੁਰੂ ਦੀ ਸੇਵਾ ਹੈ। ਆਖੋ ਵਾਹਿਗੁਰੂ। ਗੁਰ ਸੇਵਾ ਤੇ ਹਰ ਮਨ ਵਸਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ ਰਹਾਉ। ਸੈਂਟਰਲ ਆਈਡੀਆ ਹੈ ਸ਼ਬਦ ਦਾ ਰਹਾਉ ਪਦਾ। ਜਦੋਂ ਗੁਰੂ ਦੀ ਸੇਵਾ ਵਾਲਾ ਪ੍ਰੈਕਟੀਕਲ ਜੀਵਨ ਜਿਉਣਾ ਆ ਗਿਆ, ਰੱਬੀ ਉਪਦੇਸ਼, ਰੱਬੀ ਗੁਣ, ਰੱਬ ਦੀ ਯਾਦ, ਰੱਬ ਦਾ ਭੈ, ਰੱਬ ਦਾ ਸੱਚਾ ਗਿਆਨ ਮਨ ਵਿੱਚ ਵਸਿਆ, ਇਹਦਾ ਇੱਕ ਰਸ ਆਇਆ, ਉਹ ਅੰਮ੍ਰਿਤ ਰਸ ਹੈ, ਹਰੀ ਦਾ ਰਸ ਹੈ। ਅਡੋਲਤਾ ਆ ਗਈ, ਉਸ ਅਡੋਲਤਾ ਵਿੱਚ ਤੁਰਿਆ ਰਹਿੰਦਾ ਹੈ, ਤੁਰਿਆ ਰਹਿੰਦਾ ਹੈ, ਇਹ ਰਸ ਬਣਿਆ ਰਹਿੰਦਾ ਹੈ। ਇਹਨੂੰ ਕਹਿੰਦੇ ਨੇ ਵਾਹਿਗੁਰੂ ਜੀ, ਇਸ ਤਰੀਕੇ ਨਾਲ ਰਸ ਪਿਲਾਉਂਦੇ ਨੇ ਇਹਨੂੰ। ਪਰ ਜਿਹਨੂੰ ਆਪਣੇ ਸੋਚ ਸੁਭਾਅ ਨੂੰ ਸ਼ਿੰਗਾਰ ਕੇ ਗੁਰਮੁਖਤਾਈ ਵਾਲਾ ਜੀਵਨ ਜਿਉਣਾ, ਗੁਰਮਤਿ ਵਾਲੀ ਸੋਚ ਵਾਲਾ ਜੀਵਨ ਜਿਉਣਾ, ਉਹਦਾ ਰਸ ਨਹੀਂ ਆਇਆ, ਸਿੱਖਣ ਦਾ ਰਸ ਨਹੀਂ ਆਇਆ, ਉਹਨਾਂ ਬਾਰੇ ਸਤਿਗੁਰੂ ਜੀ ਕਹਿੰਦੇ ਵੇਦ ਪੜ੍ਹ ਹੈ, ਹਰ ਰਸ ਨਹੀਂ ਆਇਆ, ਵੇਦ ਗਿਆਨ। ਇੱਥੇ ਸਿੰਗੂਲਰ ਨਾਉਨ ਹੈ। ਜੇ ਇਹ ਪਲੂਰਲ ਹੁੰਦਾ ਨਾ, ਤੇ ਦੱਦਾ ਮੁਕਤਾ ਹੋਣਾ ਸੀ। ਜੇ ਦੱਦਾ ਮੁਕਤਾ ਹੁੰਦਾ ਤਾਂ ਫਿਰ 4 ਵੇਦ ਹਿੰਦੂਇਜ਼ਮ ਦੇ ਹੋਣੇ ਸੀ। ਇੱਥੇ ਸਿੰਗੂਲਰ ਹੈ, ਗਿਆਨ। ਇੱਥੇ ਇਸ਼ਾਰਾ ਹੈ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਤੇ ਕਰਦਾ ਹੈ, ਪਰ ਉਹਨੂੰ ਰਸ ਨਹੀਂ ਆ, ਨਾ ਸਮਝ ਲੱਗੀ,
ਨਾ ਮੰਨਣ ਦੀ ਪ੍ਰਵਿਰਤੀ ਆਈ, ਰਸ ਨਹੀਂ ਆਇਆ। ਉਹਦੇ 2 ਨਤੀਜੇ ਯਾਦ ਰੱਖਿਓ, ਕਿ ਨੀਂਦ ਆਉਂਦੀ ਹੈ ਜੀ, ਪਾਠ ਕਰਦਿਆਂ ਨੀਂਦ ਆਉਂਦੀ ਹੈ। ਰਸ ਨਹੀਂ ਆਇਆ, ਜਿਹੜਾ ਕਹਿੰਦਾ ਨਾ ਪਾਠ ਕਰਦਿਆਂ ਨੀਂਦ ਆਉਂਦੀ ਹੈ, ਉਹਨੂੰ ਕਦੀ ਪੁੱਛੋ ਤੈਨੂੰ ਟੀਵੀ ਦੇਖਦਿਆਂ ਕਿਉਂ ਨਹੀਂ ਆਉਂਦੀ ਬਈ? ਮੂਵੀ ਦੇਖਦਿਆਂ ਕਿਉਂ ਨਹੀਂ ਆਉਂਦੀ? ਕਿਉਂਕਿ ਉੱਥੇ ਰਸ ਆ ਗਿਆ, ਆਖੋ ਵਾਹਿਗੁਰੂ। ਜਿੱਥੇ ਰਸ ਆਇਆ ਉੱਥੇ ਨੀਂਦ ਨਹੀਂ ਆਉਂਦੀ। ਤੁਹਾਨੂੰ ਬਹੁਤ ਸਾਰੀ ਨੀਂਦ ਚੜ੍ਹੀ ਹੋਵੇ, 2-3 ਦਿਨ ਸੁੱਤੇ ਨਹੀਂ। ਕੋਈ ਬੜਾ 20-25 ਸਾਲ ਦਾ ਪੁਰਾਣਾ ਮਿੱਤਰ ਮਿਲ ਗਿਆ, ਉਹਦੇ ਕੋਲੇ ਬੈਠਿਆਂ ਗੱਲਾਂ ਕਰਦਿਆਂ ਨੀਂਦ ਨਹੀਂ ਆਏਗੀ, ਕਿਉਂਕਿ ਰਸ ਆ ਗਿਆ। ਜਿੱਥੇ ਸਮਝ ਨਹੀਂ ਲੱਗੇਗੀ ਉੱਥੇ ਐਬਸੈਂਟ ਮਾਈਂਡਡ ਹੋਏਗਾ, ਨੀਂਦ ਆਏਗੀ। ਇਹਦਾ ਮਤਲਬ ਤੂੰ ਬੁੱਝਣ ਵਾਸਤੇ, ਸਮਝਣ ਵਾਸਤੇ ਨਹੀਂ ਪੜ੍ਹ ਰਿਹਾ। ਤੈਨੂੰ ਰਸ ਨਹੀਂ ਆਇਆ, ਆਖੋ ਵਾਹਿਗੁਰੂ। ਤੇ ਜਿਹਨੂੰ ਰਸ ਨਹੀਂ ਆਇਆ, ਇਕੱਲਾ ਪੜ੍ਹ ਰਿਹਾ, ਵਾਦ ਵਿਖਾਣਾ ਹੈ ਮੋਹ ਮਾਇਆ, ਉਹਨੂੰ ਫਿਰ ਜਿੰਨਾ ਕੁ ਗਿਆਨ ਮਿਲਦਾ ਨਾ, ਉਹਦੇ ਨਾਲ ਫਿਰ ਵਾਇਰ ਵਿਰੋਧ ਹੀ ਵਧਾਉਂਦਾ, ਆਖੋ ਵਾਹਿਗੁਰੂ। ਇਹੀ ਉਹਨੂੰ ਚੰਗਾ ਲੱਗਦਾ ਹੈ। ਜਿਹੜਾ ਬੰਦਾ ਸ਼ੁਰੂਆਤ ਵਿੱਚ ਤੁਰਿਆ ਹੁੰਦਾ ਨਾ, ਥੋੜ੍ਹੀ ਜਿਹੀ ਸੰਥਿਆ ਲੈ ਲਵੇ ਨਾ, ਬਸ ਫਿਰ ਕੁਛ ਨਾ, ਫਿਰ ਦੂਜਿਆਂ ਚੋਂ ਗਲਤੀਆਂ ਕੱਢੇਗਾ, ਇਹਨੂੰ ਪੜ੍ਹਨਾ ਹੀ ਨਹੀਂ ਆਉਂਦਾ ਜੀ। ਜੇ ਕਿਸੇ ਤੋਂ ਇੱਕ ਸ਼ਬਦ ਇੱਧਰ ਉੱਧਰ ਅਣਜਾਣੇ ਵਿੱਚ ਵੀ ਬੋਲਿਆ ਗਿਆ ਨਾ, ਬਸ ਫਿਰ ਬਾਤ ਦਾ ਬਤੰਗੜ ਬਣਾਏਗਾ। ਦੇਖੋ ਜੀ, ਬਾਣੀ ਪੜ੍ਹਦਾ ਜੀ, ਇਹਨੇ ਇਸ ਸ਼ਬਦ ਨੂੰ ਇੱਦਾਂ ਪੜ੍ਹ ਦਿੱਤਾ। ਛੋਟੀਆਂ-ਛੋਟੀਆਂ ਗੱਲਾਂ ਦੇ ਬਾਤ ਤੋਂ ਬਤੰਗੜ ਬਣਾ ਕੇ ਅਸੀਂ ਵੈਰ ਵਿਰੋਧ, ਧੜੇਬੰਦੀਆਂ, ਨਫ਼ਰਤ ਵਧਾ ਰਹੇ ਹਾਂ, ਆਖੋ। ਸਤਿਗੁਰੂ ਜੀ ਕਹਿੰਦੇ ਪੜ੍ਹਿਆ, ਗਿਆਨ ਪ੍ਰਾਪਤ ਕੀਤਾ, ਵਿਦਵਾਨ ਬਣਿਆ, ਪਰ ਉਸ ਵਿਦਵਤਾ ਦੇ ਨਾਲ ਵਖੇੜੇ ਖੜੇ ਕਰ ਦਿੱਤੇ, ਆਖੋ ਵਾਹਿਗੁਰੂ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰਗਾ ਬਣਿਆ, ਅੰਦਰ ਅਗਿਆਨਤਾ ਦੇ ਵਿੱਚ ਮਸਤ ਹੋਇਆ। ਸੋਝੀ ਦੀਆਂ ਅੱਖਾਂ ਨਹੀਂ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਮੰਨਿਆ ਨਹੀਂ। ਇਹਨੂੰ ਗੁਰਮਤਿ ਅਨੁਸਾਰ ਹਰੀ ਦੇ ਗੁਣ ਨਹੀਂ ਗਾਉਣੇ ਆਏ, ਜੀਵਨ ਵਿਅਰਥ ਜਾਂਦਾ ਹੈ, ਆਖੋ ਵਾਹਿਗੁਰੂ। ਤੇ ਦੂਸਰਾ ਜੋ ਚੰਗਾ ਪੱਖ ਹੈ, ਉਹ ਹੈ ਅਕਥੋ ਕਥੀਐ ਸ਼ਬਦ ਸੁਹਾਵੈ, ਜੋ ਕਥਿਆ ਨਹੀਂ ਜਾ ਸਕਦਾ। ਬੇਅੰਤ ਵਾਹਿਗੁਰੂ ਜੀ ਨੇ, ਬੇਅੰਤ ਉਹਦੇ ਨਿਜ਼ਮ ਨੇ, ਬੇਅੰਤ ਉਹਦਾ ਰੱਬੀ ਉਪਦੇਸ਼ ਨੇ, ਬੇਅੰਤ ਉਹਦਾ ਗਿਆਨ ਹੈ। ਉਹਦੇ ਉਪਦੇਸ਼ਾਂ ਨੂੰ, ਰੱਬੀ ਉਪਦੇਸ਼ ਨੂੰ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਹ ਸੋਹਣੇ ਬਣ ਜਾਂਦੇ ਨੇ। ਗੁਰਮਤਿ ਮਨ ਸੱਚੋ ਭਾਵੈ, ਉਹ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ, ਉਹਦੇ 'ਚ ਗੁਰੂ ਦਾ ਨਜ਼ਰੀਆ ਸਮਝਦੇ ਨੇ, ਗੁਰੂ ਦੀ ਸੋਚ ਨੂੰ ਸਮਝਦੇ ਨੇ, ਉਹ ਗੁਰਮਤਿ ਹੈ। ਜਦੋਂ ਮਤ ਗੁਰਮਤਿ ਦੀ ਧਾਰਨੀ ਬਣਦੀ ਹੈ, ਫਿਰ ਸੱਚ ਦਾ ਮਾਰਗ ਬੜਾ ਚੰਗਾ ਲੱਗਦਾ ਹੈ। ਸੱਚੋ ਸੱਚ ਰਵੈ ਦਿਨ ਰਾਤੀ, ਇਹ ਮਨ ਸੱਚ ਰੰਗਾ ਬਣਿਆ। ਸੱਚ ਦੇ ਮਾਰਗ ਤੇ, ਗੁਰੂ ਦੇ ਮਾਰਗ ਤੇ, ਰੱਬ ਦੇ ਮਾਰਗ ਤੇ ਤੁਰਦੇ, ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਤੇ ਇਹ ਮਨ ਇਸ ਰਸ ਨੂੰ ਹਰ ਵੇਲੇ ਮਾਣਦਾ ਹੈ, ਪਿਆਰ ਵਿੱਚ ਰੰਗਿਆ ਹੁੰਦਾ ਹੈ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਜੋ ਸੱਚ ਦੇ ਰਸ ਵਿੱਚ ਰੰਗੇ ਨੇ ਨਾ, ਉਹਨਾਂ ਨੂੰ ਸੱਚ ਹੀ ਚੰਗਾ ਲੱਗਦਾ। ਉਹੀ ਵਿਚਾਰਾਂ ਚੰਗੀਆਂ ਲੱਗਦੀਆਂ ਨੇ ਸੁਣਨੀਆਂ, ਉਹੀ ਵਿਚਾਰਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ। ਆਪੇ ਦੇ ਨਾ ਪਛੋਤਾਵੈ, ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ, ਵਾਹਿਗੁਰੂ ਜੀ ਦਿੰਦੇ ਨੇ ਇਸ ਤਰੀਕੇ ਨਾਲ, ਪਹਿਲਾਂ ਸੋਚ ਤੇ ਸੁਭਾਅ ਨੂੰ ਪਰਖਦੇ। ਜੇ ਭਾਵਨਾ ਦਾ ਲੈਵਲ, ਸੋਚ ਦਾ ਲੈਵਲ, ਸਮਝ ਦਾ ਲੈਵਲ ਉਸਾ ਹੋਏਗਾ, ਤਾਂ ਉਹ ਦਿੰਦੇ ਨੇ, ਨਹੀਂ ਉਹ ਦਿੰਦੇ ਹੀ ਨਹੀਂ, ਆਖੋ। ਇਸ ਲਈ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਕਿ ਐਵੇਂ ਹੀ ਦੇਤਾ। ਤੁਸੀਂ ਕਿਸੇ ਨੂੰ ਥੋੜ੍ਹਾ ਜਿਹਾ ਗਿਆਨ ਵੰਡ ਦਿਓ, ਪਰ ਆਪਾਂ ਨੂੰ ਪਤਾ ਨਹੀਂ ਹੁੰਦਾ, ਉਹਦਾ ਭਾਵਨਾ ਦਾ ਲੈਵਲ ਨੀਵਾਂ ਹੁੰਦਾ ਹੈ। ਉਹ ਤੁਹਾਡੇ ਤੋਂ ਗਿਆਨ ਸਿੱਖ ਕੇ ਔਰ ਤੁਹਾਡੇ ਹੀ ਗਲੇ ਨੂੰ ਪਏਗਾ, ਆਖੋ ਵਾਹਿਗੁਰੂ। ਤੁਹਾਡੇ ਤੋਂ ਗਿਆਨ ਸਿੱਖ ਕੇ ਉਹ ਤੁਹਾਡੇ ਵਿੱਚ ਹੀ ਗਲਤੀਆਂ ਕੱਢੇਗਾ। ਉਦਾਹਰਣ ਵਜੋਂ ਇੱਕ ਵਿਅਕਤੀ ਬੁਲਾਰਾ ਹੈ, ਉਹਨੂੰ ਸਟੇਜ ਤੇ ਬੋਲਣਾ ਆਉਂਦਾ ਹੈ। ਦੂਜਾ ਕੋਈ ਉਹਦਾ ਮਿੱਤਰ ਹੈ, ਉਹਨੂੰ ਪਦਵੀ ਮਿਲ ਗਈ, ਪਦਵੀ ਤਾਂ ਮਿਲ ਗਈ ਪਰ ਬੋਲਣਾ ਨਹੀਂ ਆਉਂਦਾ। ਹੁਣ ਪਦਵੀ ਦੀ ਮਜਬੂਰੀ ਹੈ, ਬੋਲਣਾ ਪਵੇਗਾ। ਉਹ ਫਿਰ ਤੁਹਾਡੀਆਂ ਮਿੰਨਤਾਂ ਕਰਦਾ ਹੈ, ਯਾਰ ਮੈਂ ਕੱਲ੍ਹ ਨੂੰ ਬੋਲਣਾ, ਮੈਨੂੰ 2 ਲਾਈਨਾਂ ਲਿਖ ਦਿਓ। 2 ਲਾਈਨਾਂ ਲਿਖ ਕੇ ਦਿੱਤੀਆਂ, ਉਹਨੂੰ ਪੜ੍ਹਨਾ ਨਹੀਂ ਆਉਂਦਾ। ਕਹਿੰਦਾ ਥੋੜ੍ਹਾ ਅਭਿਆਸ ਕਰਵਾ ਦਿਓ, ਉਹਦਾ ਅਭਿਆਸ ਕਰਵਾ ਦਿੱਤਾ। ਹੌਲੀ ਹੌਲੀ ਬੋਲਣਾ ਆ ਗਿਆ। ਹੁਣ ਉਹ ਤੁਹਾਡੇ 'ਚ ਨੁਕਸ ਕੱਢ ਕੇ ਤੁਹਾਡੇ ਹੀ ਗਲੇ ਨੂੰ ਪੈਂਦਾ, ਆਖੋ। ਫਿਰ ਪਛਤਾਵਾ ਲੱਗਦਾ ਮਨਾ, ਇਹਦਾ ਲੈਵਲ ਹੀ ਨਹੀਂ ਸੀ, ਇਹਨੂੰ ਗਿਆਨ ਕਿਉਂ ਵੰਡਿਆ। ਪਰ ਵਾਹਿਗੁਰੂ ਜੀ ਨੂੰ ਪਛਤਾਵਾ ਕਿਉਂ ਨਹੀਂ? ਕਿਉਂਕਿ ਉਹ ਪਹਿਲਾਂ ਭਾਵਨਾ ਦਾ ਲੈਵਲ, ਉਹਦੀ ਸੋਚ ਦਾ ਲੈਵਲ, ਉਹਦੇ ਸੁਭਾਅ ਦਾ ਲੈਵਲ ਅੰਤਰਜਾਮੀ ਨੇ, ਦੇਖਦੇ ਨੇ, ਫਿਰ ਹੀ ਉਹ ਦਿੰਦੇ ਨੇ, ਆਖੋ ਵਾਹਿਗੁਰੂ। ਇਸ ਲਈ ਵਾਹਿਗੁਰੂ ਜੀ ਨੂੰ ਕੋਈ ਪਛਤਾਵਾ ਨਹੀਂ। ਗੁਰ ਕੈ ਸ਼ਬਦ ਸੱਚਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਜਿਹੜੇ ਉਪਦੇਸ਼ ਨੇ, ਉਹ ਗੁਰ ਸ਼ਬਦ ਹੈ।
ਗੁਰ ਸ਼ਬਦ, ਗੁਰ ਸਰੂਪ ਹੈ, ਰੱਬੀ ਉਪਦੇਸ ਹੈ। ਜਿਨ੍ਹਾਂ ਨੇ ਇਸ ਉਪਦੇਸ ਦੇ ਨੂੰ ਸਮਝਿਆ, ਇਹਦੇ ਨਾਲ ਸਾਂਝ ਪਾਈ, ਜ਼ਿੰਦਗੀ 'ਚ ਮੰਨਿਆ, ਉਹਨਾਂ ਨੂੰ ਉਹ ਸੁੱਖ ਮਿਲਿਆ ਜਿਹਨੂੰ ਸੱਚਾ ਸੁੱਖ ਕਿਹਾ ਹੈ, ਆਤਮਿਕ ਆਨੰਦ, ਜਿਹੜਾ ਹਰ ਉਤਰਾਅ ਚੜਾਅ ਵਿੱਚ ਅੰਦਰ ਬਣਿਆ ਰਹਿੰਦਾ ਹੈ। ਇਸ ਤਰੀਕੇ ਨਾਲ ਗੁਰੂ ਕੇ ਪਿਆਰੇ ਗੁਰੂ ਦੇ ਸ਼ਬਦ ਰਾਹੀਂ ਅੰਦਰ ਆਤਮਿਕ ਸੁੱਖ ਪਾ ਲੈਂਦੇ ਨੇ। ਕੂੜ ਕਸਤ ਤਿਨਾ ਮੈਲ ਨ ਲਾਗੈ। ਇਸ ਦੁਨੀਆ ਤੇ ਝੂਠ ਵੀ ਰਹੇਗਾ, ਝੂਠ ਦਾ ਪ੍ਰਭਾਵ ਵੀ ਰਹੇਗਾ। ਉਸ ਝੂਠ ਦੇ ਪ੍ਰਭਾਵ ਦਾ ਇੱਕ ਰਸ ਹੈ, ਉਹ ਮੈਲ ਹੈ, ਉਹ ਵੀ ਰਹੇਗੀ। ਪਰ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮੰਨਣ ਦੀ ਯੋਗਤਾ ਆ ਗਈ, ਉਹਨਾਂ ਤੇ ਝੂਠ, ਝੂਠ ਦਾ ਪ੍ਰਭਾਵ ਤੇ ਉਹ ਰਸ ਦੀ ਮੈਲ ਨਹੀਂ ਲੱਗਦੀ। ਆਖੋ ਵਾਹਿਗੁਰੂ। ਕਿਉਂ? ਕਿਉਂਕਿ ਗੁਰ ਪ੍ਰਸਾਦੀ ਅੰਦਨ ਜਾਗੈ। ਉਹ ਗੁਰੂ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਨੇ, ਅੰਦਰੋਂ ਸੁਚੇਤ ਹੁੰਦੇ ਨੇ, ਅੰਦਰੋਂ ਜਾਗੇ ਹੁੰਦੇ ਨੇ। ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨਿਰਮਲ ਹੈ, ਉਹਨਾਂ ਦੇ ਹਿਰਦੇ 'ਚ ਵਸਦਾ, ਉਹਨਾਂ ਨੂੰ ਬੜਾ ਚੰਗਾ ਲੱਗਦਾ। ਉਹਨਾਂ ਦੇ ਮਨ ਰੂਪੀ ਜੋਤ ਤੇ ਮਤ ਰੂਪੀ ਜੋਤ ਗੁਣਾਂ ਵਾਲੀ ਬਣ ਜਾਂਦੀ ਹੈ ਤੇ ਗੁਣੀ ਨਿਧਾਨ ਦੇ ਪਿਆਰ ਵਿੱਚ ਇਕਮਿਕ ਹੋ ਕੇ ਜੀਵਨ ਜੁਗਤ ਆ ਜਾਂਦੀ ਹੈ। ਇਹ ਉਹ ਨੇ ਜਿਹੜੇ ਸਿੱਖਣਾ ਚਾਹੁੰਦੇ ਨੇ, ਜਿਹੜੇ ਬੁੱਝਣਾ ਚਾਹੁੰਦੇ ਨੇ, ਜਿਹੜੇ ਜ਼ਿੰਦਗੀ 'ਚ ਮੰਨਣਾ ਚਾਹੁੰਦੇ ਨੇ, ਜਿਹੜੇ ਜਿਉਣਾ ਚਾਹੁੰਦੇ ਨੇ। ਤੇ ਜਿਹੜੇ ਲੋਕ ਕਰਮਕਾਂਡ ਵਿੱਚ ਫਸੇ ਹੋਏ ਨੇ, ਕਿਉਂ ਫਸੇ ਨੇ? ਕਿਉਂਕਿ ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣੈ। ਪੜ੍ਹਦੇ ਨੇ ਉਹ, ਪਰ ਅੰਦਰ ਤਿੰਨ ਗੁਣ ਬੈਠੇ ਨੇ, ਰਜੋ ਤਮੋ ਸਤੋ। ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਨੇ, ਅੰਦਰ ਲੋਭ ਲਾਲਚ ਬੈਠਾ ਹੈ, ਤਮੋ। ਪੈਸੇ ਲਈ ਪੜ੍ਹਦੇ ਨੇ। ਉਹਨਾਂ ਦਾ ਮੇਨ ਫੋਕਸ, ਸੁਪਰ ਗੋਲ ਦੁਨੀਆ ਦੀ ਪ੍ਰਾਪਤੀ ਹੈ। ਕੋਈ ਪੜ੍ਹਦਾ ਹੈ ਮੈਨੂੰ ਆਹ ਮਿਲੇ, ਕੋਈ ਪੜ੍ਹਦਾ ਮੈਨੂੰ ਆਹ ਮਿਲੇ, ਤਮੋ ਗੁਣ। ਰਜੋ ਗੁਣ, ਕੋਈ ਰਾਜਸੀ ਪਦਵੀਆਂ ਲਈ, ਜੇ ਫਲਾਨਾ ਪਰਿਵਾਰ ਅਖੰਡ ਪਾਠ ਕਰਵਾ ਰਿਹਾ ਜੀ ਵੋਟਾਂ ਤੋਂ ਪਹਿਲਾਂ, ਇਸ ਲਈ ਕਿ ਮੈਨੂੰ ਪਦਵੀ ਮਿਲ ਜਾਵੇ। ਉਹ ਪਰਿਵਾਰ ਵੋਟਾਂ ਤੋਂ ਪਹਿਲਾਂ ਫੋਨ ਕਰਕੇ ਬੁੱਕ ਕਰਾ ਕੇ ਅਖੰਡ ਪਾਠ ਕਰਵਾ ਰਿਹਾ ਹੈ, ਭੋਗ ਤੇ ਪਹੁੰਚ ਰਿਹਾ ਅਰਦਾਸ ਵਿੱਚ, ਕਿਉਂਕਿ ਹੁਣ ਮੰਗਣਾ ਹੈ, ਪਦਵੀ ਮਿਲੇ। ਜਦੋਂ ਰਾਜਨੀਤਿਕ ਲੋਕ, ਸਿੱਖ ਰਾਜਨੀਤਿਕ ਲੋਕ ਵੀ ਇਸ ਤਰ੍ਹਾਂ ਕਰਦੇ ਨੇ, ਉਹਨਾਂ ਨੂੰ ਦੇਖ ਕੇ ਦੂਸਰੇ ਲੋਕ ਜੁੜਦੇ ਨੇ, ਪਰ ਪਤਾ ਨਹੀਂ ਹੈ ਉਹ ਰਜੋ ਗੁਣ ਵਿੱਚ ਫਸੇ ਹੋਏ ਨੇ, ਤਮੋ ਗੁਣ ਵਿੱਚ ਫਸੇ ਹੋਏ ਨੇ। ਤੀਸਰਾ ਸਤੋ ਗੁਣ, ਯਾਨੀ ਧਰਮ ਦੇ ਕਰਮ ਕਰਨੇ ਨੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਸਿੱਖਣ ਵਾਸਤੇ ਨਹੀਂ, ਕੁਝ ਮੰਗਣ ਵਾਸਤੇ। ਅੰਦਰ ਤਮਾ ਹੈ। ਜਿਹੜੇ ਇਸ ਤਰੀਕੇ ਨਾਲ ਤਮਾਂ ਦੇ ਵਿੱਚ ਸੈਲਫਿਸ਼ ਥਾਟ ਦੇ ਵਿੱਚੋਂ ਜੁੜੇ ਨੇ, ਤਮੋ ਗੁਣ ਸੈਲਫਿਸ਼ ਥਾਟ ਵਿੱਚੋਂ ਨਿਕਲਦੀ ਹੈ, ਸੈਲਫਿਸ਼ਨੈਸ ਵਿੱਚੋਂ। ਰਜੋ ਗੁਣ ਵੀ ਸੈਲਫਿਸ਼ਨੈਸ ਵਿੱਚੋਂ ਨਿਕਲਦੀ ਹੈ, ਗੱਲ ਵੱਖਰੀ ਹੈ। ਉੱਥੇ ਸੈਲਫਿਸ਼ ਪਦਵੀ ਵਾਸਤੇ, ਉੱਥੇ ਸੈਲਫਿਸ਼ ਪੈਸੇ ਪ੍ਰਾਪਤੀ ਵਾਸਤੇ ਹੈ। ਤੇ ਜਿਹੜਾ ਸਤੋ ਗੁਣ ਹੈ, ਰਜੋ ਵਾਹਿਗੁਰੂ ਸਤੋ ਗੁਣ, ਉਹ ਵੀ ਸੈਲਫਿਸ਼ਨੈਸ ਵਿੱਚੋਂ ਨਿਕਲਦਾ ਹੈ, ਮੰਗਾਂ ਕਰਕੇ ਪੜ੍ਹ ਰਿਹਾ। ਐਸਾ ਪੜ੍ਹਨ ਵਾਲਾ ਤ੍ਰੈਗੁਣ ਪੜ੍ਹੈ ਪਰ ਤਤ ਨਾ ਜਾਣੈ। ਉਹ ਅਸਲੀਅਤ ਨਹੀਂ ਜਾਣ ਸਕਦਾ। ਕਿਸ ਲਈ ਪੜ੍ਹਨਾ? ਪੜ੍ਹਨਾ ਸੀ ਸੋਚ ਸੁਭਾਅ ਨੂੰ ਸ਼ਿੰਗਾਰਨਾ ਹੈ, ਸੁਭਾਅ ਗੁਰਮੁਖ ਬਣੇ, ਸੋਚ ਗੁਰਮਤ ਵਾਲੀ ਬਣੇ। ਪੜ੍ਹਨਾ ਸੀ ਇਸ ਲਈ ਕਿ ਇੱਕ ਗੁਰਮਤ ਵਾਲੀ ਸੋਚ ਤਾਂ ਧਾਰਨ ਕਰਨਾ ਹੈ, ਤਾਂ ਗੁਰਮੁਖ ਸੁਭਾਅ ਲੈਣਾ ਤਾਂ ਕਿ ਪਰਉਪਕਾਰ ਕੀਤਾ ਜਾ ਸਕੇ। ਪਰਉਪਕਾਰ ਇਸ ਲਈ ਕਰਨਾ ਹੈ ਕਿਉਂਕਿ ਅਸੀਂ ਗੁਰੂ ਕੇ ਗੁਰਸਿੱਖ ਹਾਂ ਤੇ ਮਿਸ਼ਨ ਹੀ ਪਰਉਪਕਾਰ ਦਾ ਮਿਸ਼ਨ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖਣਾ ਸੀ ਇਸ ਲਈ ਕਿ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ, ਪਰ ਉਹ ਇਸ ਤੱਤ ਨੂੰ ਸਮਝਦੇ ਨਹੀਂ। ਕਿਉਂ? ਕਿਉਂਕਿ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ। ਉਹ ਅੰਦਰੋਂ ਭੁੱਲੇ ਹੋਏ ਨੇ। ਜਿੱਥੇ ਸਿੱਖਣ ਦੀ ਭਾਵਨਾ ਹੋਣੀ ਚਾਹੀਦੀ, ਉੱਥੇ ਤਮਾ ਆ ਗਈ, ਉੱਥੇ ਮੰਗਣ ਦੀ ਭਾਵਨਾ ਆ ਗਈ। ਇਸ ਲਈ ਵਾਰ-ਵਾਰ ਇਹ ਬੇਨਤੀ ਕਰਾਂਗਾ, ਸਿੱਖ ਧਰਮ ਸਿੱਖਣ ਤੇ ਖੜਾ ਸੀ, ਮੰਗਣ ਵੱਲ ਨੂੰ ਤੋਰ ਦਿੱਤਾ ਗਿਆ। ਨੁਕਸਾਨ ਹੁੰਦਾ ਉਹਦਾ। ਅੰਦਰੋਂ ਹੀ ਭੁੱਲਿਆ ਹੋਇਆ ਹੈ। ਗੁਰ ਸ਼ਬਦ ਨਾ ਪਛਾਣੈ, ਗੁਰੂ ਦੇ ਉਪਦੇਸ਼ ਨੂੰ ਨਹੀਂ ਪਛਾਣਦਾ, ਕੇਵਲ ਪੜ੍ਹਦਾ ਹੈ, ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦਾ। ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਅੰਦਰ ਆਪਣੇ ਸੁਭਾਅ ਨਾਲ ਮੋਹ ਜੁੜਿਆ ਹੋਇਆ, ਆਪਣੀ ਸੋਚ ਨਾਲ ਮੋਹ ਜੁੜਿਆ।
ਉਹਨੂੰ ਸੁੱਝਦਾ ਹੀ ਕੁਛ ਨਹੀਂ। ਆਪਣੀ ਸੋਚ ਤੇ ਆਪਣੇ ਸੁਭਾਅ ਦੇ ਉਲਟ ਉਹਨੂੰ ਕੁਛ ਨਹੀਂ ਸੁੱਝਦਾ, ਜਿਹਨੂੰ ਕਹਿੰਦੇ ਆਪਣੇ ਨੱਕ ਤੋਂ ਅੱਗੇ ਨਹੀਂ ਕੁਛ ਦਿਸਦਾ। ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਨੂੰ ਜਿਉਣਾ ਆ ਗਿਆ, ਉਹਨਾਂ ਨੂੰ ਮੋਹ ਨਹੀਂ ਵਿਆਪਦਾ ਖੋਆ, ਉਹਨਾਂ ਨੂੰ ਤਮੋ ਗੁਣ ਵਾਲਾ ਪਾਸਾ ਸੁੱਝਦਾ ਹੀ ਨਹੀਂ, ਉਹਨਾਂ ਦੇ ਅੰਦਰ ਖਿਆਲ ਹੀ ਨਹੀਂ ਆਉਂਦਾ। ਮੋਹ ਵਿਆਪੇ ਕਿਛ ਸੁਝੈ ਨਾ। ਜਿਨ੍ਹਾਂ ਨੂੰ ਮੋਹ ਵਿਆਪਦਾ ਹੈ, ਉਹਨਾਂ ਨੂੰ ਕੁਛ ਨਹੀਂ ਸੁਝਦਾ। ਇਹ ਗੱਲ ਉਹਨਾਂ ਨੂੰ ਸਮਝ ਹੀ ਨਹੀਂ ਪੈਂਦੀ, ਸੁਝਦਾ ਭਾਵ ਸਮਝ ਹੀ ਨਹੀਂ ਪੈਂਦੀ ਕਿ ਗੁਰ ਸ਼ਬਦੀ ਹਰਿ ਪਾਵਣਿਆ। ਗੁਰੂ ਦੇ ਉਪਦੇਸ਼ ਨਾਲ ਤਾਂ ਤੂੰ ਹਰੀ ਦਾ ਮਾਰਗ ਪਾਉਣਾ ਸੀ, ਤੂੰ ਕਿਹੜੀਆਂ ਦੁਨਿਆਵੀ ਪ੍ਰਾਪਤੀਆਂ ਦੇ ਨਾਲ ਇਸ ਨੂੰ ਜੋੜ ਦਿੱਤਾ। ਨਤੀਜਾ ਕੀ ਹੋਇਆ? ਵੇਦ ਪੁਕਾਰੈ ਤਿਰਵਿਦ ਮਾਇਆ, ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਤਾਂ ਸੁਣਾਏ ਦੂਸਰਿਆਂ ਨੂੰ, ਅੰਦਰ ਤਮੋ ਗੁਣ ਵਿੱਚ ਫਸਿਆ ਹੋਇਆ, ਪਦਵੀ ਨਾ ਚਲੀ ਜਾਵੇ, ਪੈਸਾ ਭੇਟਾ ਮਿਲਦੀ ਰਵੇ, ਤਮੋ ਗੁਣ, ਪਦਵੀ ਨਾ ਜਾਵੇ, ਰਜੋ ਗੁਣ। ਕਰਮ ਕਾਂਡ ਵਿੱਚ ਫਸਾਏਂਗਾ ਤਾਂ ਹੀ ਲੋਕ ਤੇਰੇ ਨਾਲ ਤੇਰੀ ਪੂਰਤੀ ਕਰਨਗੇ। ਜੇ ਤੂੰ ਕਹੇਂਗਾ ਸਿੱਖਣ ਤੁਰ, ਤਾਂ ਫਿਰ ਆਪ ਸਿੱਖਣ ਤੁਰਨਗੇ। ਇਹ ਤਾਂ ਹੀ ਹੋਏਗਾ ਜੇ ਆਪਣੀਆਂ ਭੇਟਾਵਾਂ ਦਾ ਫਿਕਰ ਨਹੀਂ ਹੋਏਗਾ, ਇਹ ਖਜ਼ਾਨਾ ਵੰਡਣ ਦੀ ਭਾਵਨਾ ਹੋਏਗੀ। ਉਹ ਤਿੰਨਾਂ ਗੁਣਾਂ ਵਿੱਚ ਫਸਿਆ ਹੋਇਆ ਧਾਰਮਿਕ ਗ੍ਰੰਥ ਪੁਕਾਰੇਗਾ, ਪਰ ਮਨਮੁਖ ਨਾ ਬੂਝੈ ਦੂਜੈ ਭਾਇਆ, ਅੰਦਰੋਂ ਦੂਜੇ ਪਾਸੇ ਲੱਗਿਆ ਹੋਇਆ, ਮਨ ਦੇ ਪਿੱਛੇ ਲੱਗਿਆ ਹੋਇਆ ਮਨਮੁਖਤਾਈ ਬਿਰਤੀ ਹੈ ਤੇ ਬੁੱਝਦਾ ਨਹੀਂ, ਉਪਦੇਸ਼ ਨਹੀਂ ਸਮਝਦਾ। ਤ੍ਰੈ ਗੁਣ ਪੜ੍ਹੈ ਹਰ ਏਕ ਨ ਜਾਣੈ, ਬਿਨ ਬੂਝੈ ਦੁਖ ਪਾਵਣਿਆ। ਅੰਦਰੋਂ ਤ੍ਰੈ ਗੁਣ ਦੇ, ਤਮੋ ਤਤੋ ਰਜੋ, ਪੜ੍ਹਦਾ ਹੈ ਪਰ ਉਸ ਇੱਕ ਵਾਹਿਗੁਰੂ ਜੀ ਨੂੰ ਜਾਣਦਾ ਨਹੀਂ, ਉਹਦੇ ਨਿਜ਼ਮ ਨੂੰ ਨਹੀਂ ਜਾਣਦਾ, ਉਹਦੇ ਰੱਬੀ ਗਿਆਨ ਨਾਲ ਸਾਂਝ ਨਹੀਂ ਪਾਉਂਦਾ, ਤੇ ਬਿਨ ਸਮਝਣ ਤੋਂ ਇਹ ਦੁਖੀ ਜੀਵਨ ਜਿਉ ਰਿਹਾ। ਜਾਂ ਤਿਸ ਭਾਵ ਹੈ ਤਾਂ ਆਪ ਮਲਾਏ, ਜਿਨ੍ਹਾਂ ਦਾ ਸੁਭਾਅ, ਜਿਨ੍ਹਾਂ ਦੀ ਸੋਚ, ਲਗਨ, ਜਜ਼ਬਾ ਵਾਹਿਗੁਰੂ ਜੀ ਨੂੰ ਭਾ ਜਾਂਦਾ ਹੈ, ਜਾਂ ਇੱਦਾਂ ਕਹਿ ਲਓ ਜਿਨ੍ਹਾਂ ਦੇ ਅੰਦਰ ਇਸ ਮਾਰਗ ਨਾਲ ਪਿਆਰ ਬਣ ਜਾਂਦਾ, ਉਹਨਾਂ ਨੂੰ ਵਾਹਿਗੁਰੂ ਜੀ ਕਿਰਪਾ ਦਿੰਦੇ ਨੇ ਤੇ ਮਿਲਾਪ ਹੁੰਦਾ ਹੈ, ਪਾਸੇ ਤੁਰਨਾ ਬੜਾ ਚੰਗਾ ਲੱਗਦਾ ਹੈ। ਪਰ ਲੱਗਦਾ ਕਿਵੇਂ ਹੈ? ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ। ਗੁਰੂ ਦੇ ਉਪਦੇਸ਼ ਨੂੰ ਸਮਝਾਂਗੇ ਨਾ, ਉਪਦੇਸ਼ ਨੂੰ ਮੰਨਣ ਦੀ ਭਾਵਨਾ ਹੋਏਗੀ, ਮੰਨਣ ਦਾ ਯਤਨ ਕਰਾਂਗੇ, ਉਹ ਸ਼ੰਕਾ ਮਿਟ ਜਾਏਗਾ, ਜਿਹੜੇ ਸ਼ੰਕੇ ਵਿੱਚ, ਜਿਹੜੇ ਭਰਮ ਵਿੱਚ ਦੁਨੀਆ ਧਰਮ ਕਮਾਉਂਦੀ ਹੈ, ਤੇ ਉਸ ਪਾਸੇ ਦਾ ਦੁੱਖ ਵੀ ਆਪਣੇ ਆਪ ਜ਼ਿੰਦਗੀ ਚੋਂ ਨਿਕਲ ਜਾਏਗਾ। ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਇਹ ਨਾਨਕ ਜੀ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੀ ਸੱਚੀ ਵਡਿਆਈ ਬਖਸ਼ਿਸ਼ ਕਿਹੜੀ ਹੈ? ਉਹ ਬਖਸ਼ਿਸ਼ ਇਹ ਹੈ ਕਿ ਨਾਮੋ ਮਨ ਸੁਖ ਪਾਵਣਿਆ, ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਨੂੰ ਮੰਨਣਾ, ਇਹਦਾ ਰਸ ਆਤਮਿਕ ਸੁਖ ਲੱਗਣਾ, ਬਸ ਇਹੋ ਹੀ ਉਹਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਖੁਆ ਮਾਝ ਮਹੱਲਾ ਤੀਜਾ, ਅਗਲੀ ਅਸ਼ਟਪਦੀ, ਮਾਝ ਰਾਗ ਦੀ 32ਵੀਂ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ 30ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਇਹਦੇ 5 ਪਦਿਆਂ ਤੱਕ ਦੀ ਵਿਚਾਰ ਅੱਜ ਆਪਾਂ ਕਰਾਂਗੇ। ਨਿਰਗੁਣ ਸਰਗੁਣ ਆਪੇ ਸੋਈ, ਇੱਕ ਉਹਦਾ ਵਿਜ਼ੀਬਲ ਰੂਪ ਜਿਹੜਾ ਦਿਖਾਈ ਨਹੀਂ ਦੇ ਰਿਹਾ, ਉਹਦੀ ਸ਼ਕਤੀ ਹੈ। ਜਿੰਨੀਆਂ ਵੀ ਯੂਨੀਵਰਸ ਵਿੱਚ ਸ਼ਕਤੀਆਂ ਨੇ, ਉਹਨੂੰ ਜਿਹੜੀ ਸ਼ਕਤੀ ਕੰਟਰੋਲ ਕਰ ਰਹੀ ਹੈ, ਜਿਹੜੀ ਪੈਦਾ ਕਰ ਰਹੀ ਹੈ, ਉਹੀ ਉਹਦੀ ਸ਼ਕਤੀ। ਸੈਂਸ ਕਹਿੰਦੀ ਐਨਰਜੀ ਹੈ, ਹਰ ਥਾਂ ਤੇ ਹੈ। ਉਸ ਐਨਰਜੀ ਦੇ ਦੁਆਲੇ ਇਲੈਕਟ੍ਰੋਨਿਕ ਦੀ ਕਿਰਿਆ ਹੋ ਰਹੀ ਹੈ, ਉਹਦੇ ਚੋਂ ਕਹਿੰਦੇ ਐਕਸ਼ਨ ਟੂ ਰਿਐਕਸ਼ਨ ਹੋ ਰਿਹਾ ਹੈ। ਪਰ ਕੋਈ ਸ਼ਕਤੀ ਤਾਂ ਹੈ ਜਿਹੜੀ ਐਨਰਜੀ ਨੂੰ ਕੰਟਰੋਲ ਕਰ ਰਹੀ ਹੈ, ਕੋਈ ਸ਼ਕਤੀ ਤਾਂ ਹੈ ਜਿਹਨੇ ਐਨਰਜੀ ਨੂੰ ਬਣਾਇਆ। ਸ਼ਾਇਦ ਇਸੇ ਕਰਕੇ ਗੋਡ ਤੱਤ ਨੂੰ ਫਾਈਂਡ ਕਰ ਰਹੇ ਨੇ, ਸਰਚ ਕਰ ਰਹੇ ਨੇ ਵਿਗਿਆਨੀ, ਗੋਡ ਤੱਤ ਕਿਹੜਾ ਹੈ, ਗੋਡ ਐਲੀਮੈਂਟ ਕਿਹੜਾ, ਉਹ ਕ੍ਰੀਏਟਰ ਐਲੀਮੈਂਟ ਕਿਹੜਾ ਹੈ, ਉਹ ਬੇਸਿਕ ਐਲੀਮੈਂਟ ਕਿਹੜਾ ਹੈ। ਉਹ ਦਿਸਦਾ ਨਹੀਂ, ਇਨਵਿਜ਼ੀਬਲ ਹੈ। ਉਹਦੇ ਵਰਤਾਰੇ ਕੁਦਰਤ ਦੇ ਹਰ ਭੌਤਿਕ ਵਿੱਚੋਂ ਦਿਸਦੇ ਨੇ, ਹਰ ਵਰਤਾਰੇ ਵਿੱਚੋਂ ਉਹਦੀਆਂ ਝਲਕਾਂ, ਉਹਦੇ ਨਿਜ਼ਮ ਦੀਆਂ, ਰੱਬੀ ਗਿਆਨ ਦੀਆਂ, ਰੱਬੀ ਉਪਦੇਸ਼ ਦੀਆਂ ਝਲਕਾਂ ਨੇ, ਗੁਣਾਂ ਦੀਆਂ ਝਲਕਾਂ ਨੇ। ਇਹ ਸਾਰਾ ਸਰਗੁਣ ਸਰੂਪ ਵੀ ਉਹਦਾ ਹੈ, ਵਿਜ਼ੀਬਲ ਪਾਰਟ ਤੇ ਇਨਵਿਜ਼ੀਬਲ ਪਾਰਟ ਵੀ ਉਹਦਾ।
ਤਤ ਪਛਾਣੈ ਸੋ ਪੰਡਿਤ ਹੋਈ, ਜਿਹੜਾ ਅਸਲੀਅਤ ਨੂੰ ਪਹਿਚਾਣ, ਉਹਦਾ ਨਿਜ਼ਮ ਹੈ, ਉਹਨੂੰ ਫੋਲੋ ਕਰਨਾ ਹੈ, ਉਹਨੂੰ ਸਮਝਣਾ, ਉਹਦੇ ਰੱਬੀ ਉਪਦੇਸ਼ ਨੇ, ਉਹਨਾਂ ਉਪਦੇਸ਼ਾਂ ਨੂੰ ਸਮਝਣਾ ਹੈ, ਜ਼ਿੰਦਗੀ ਜਿਉਣਾ ਹੈ। ਰੱਬ ਦੇ ਗੁਣ ਨੇ, ਗੁਣਾਂ ਵਾਲਾ ਜੀਵਨ ਜਿਉਣਾ ਹੈ, ਗੁਣਾਂ ਨਾਲ ਪਰਉਪਕਾਰ ਕਰਨਾ ਹੈ। ਜੋ ਅਸਲੀਅਤ ਨੂੰ ਪਹਿਚਾਣ ਗਿਆ ਉਹ ਅਸਲੀ ਵਿਦਵਾਨ ਹੈ। ਪੰਡਿਤ ਦੇ ਅਰਥ ਵਿਦਵਾਨ। ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਉਹ ਆਪ ਜ਼ਿੰਦਗੀ ਨੂੰ ਮੈਨੇਜ ਕਰਦੇ ਨੇ। ਕੁੱਲ, ਮਨ ਦੀ ਕੁੱਲ ਜਿਹੜੀ ਹੈ, ਗਿਆਨ ਇੰਦਰੀ, ਕਰਮ ਇੰਦਰੀ, ਇਹਨਾਂ ਨੂੰ ਮੈਨੇਜ ਕਰਦੇ ਨੇ। ਫਿਰ ਉਹ ਜਿਸ ਕੁੱਲ ਵਿੱਚ ਜਨਮ ਹੁੰਦਾ ਹੈ, ਉਹਨਾਂ ਦਾ ਨਾਮ ਵੀ ਰੋਸ਼ਨ ਹੁੰਦਾ ਹੈ। ਉਹਨਾਂ ਦੇ ਅੰਦਰ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਮੰਨਦੇ ਨੇ ਤੇ ਵਸਾਉਂਦੇ ਨੇ ਮਨ ਵਿੱਚ। ਹਰ ਹਉ ਵਾਰੀ ਜੀਉ ਵਾਰੀ, ਹਰ ਰਸ ਚਾਖ ਸਾਧ ਪਾਵਣਿਆ। ਸਤਿਗੁਰੂ ਜੀ ਕਹਿੰਦੇ, ਮੈਂ ਕੁਰਬਾਨ ਜਾਨਾ, ਬਲਿਹਾਰ ਜਾਨਾ ਉਹਨਾਂ ਤੋਂ, ਜਿਨ੍ਹਾਂ ਨੂੰ ਹਰੀ ਦਾ ਰਸ ਆਇਆ, ਚਖਿਆ ਉਹਨਾਂ ਨੇ, ਇਸ ਸਵਾਦ ਨੂੰ ਜ਼ਿੰਦਗੀ 'ਚ ਪਾ ਲਿਆ। ਹਰ ਰਸ ਚਾਖੈ ਸੇ ਜਨ ਨਿਰਮਲ, ਨਿਰਮਲ ਨਾਮ ਤੇ ਆਵਣਿਆ ਰਹਾਉ। ਸੈਂਟਰਲ ਆਈਡੀਆ ਹੈ ਇਹਨਾਂ ਅਸ਼ਟਪਦੀਆਂ ਦੇ ਵਿੱਚ, ਹਰ ਰਹਾਉ ਪਦੇ ਵਿੱਚ ਉਸ ਜੀਵਨ ਤੋਂ ਕੁਰਬਾਨ ਜਾਣ ਦੀ ਬਾਤ ਕਹੀ ਹੈ। ਵਾਰ ਵਾਰ ਕਿਹਾ, ਹਉ ਵਾਰੀ ਜੀਉ ਵਾਰੀ। ਜਿਨ੍ਹਾਂ ਨੇ ਇਸ ਮਾਰਗ ਦੇ ਰਸ ਨੂੰ ਚਖਿਆ, ਸਵਾਦ ਮਾਣਿਆ, ਉਹਨਾਂ ਦੀ ਸੋਚ ਸੁਭਾਅ ਨਿਰਮਲ ਹੁੰਦੀ ਹੈ, ਕਿਉਂਕਿ ਉਹਨਾਂ ਦੇ ਅੰਦਰ ਗਿਆਨ ਰੂਪੀ ਨਾਮ ਜੋ ਨਿਰਮਲ ਹੈ, ਧਿਆਨ ਰੂਪੀ ਨਾਮ ਨਿਰਮਲ ਹੈ, ਉਹਦੇ ਵੱਲ ਉਹਨਾਂ ਦਾ ਧਿਆਨ ਹੁੰਦਾ ਹੈ। ਉਹ ਉਸ ਗਿਆਨ ਰੂਪੀ ਧਿਆਨ ਨੂੰ, ਨਾਮ ਨੂੰ ਧਿਆਨ ਵਿੱਚ ਰੱਖ ਕੇ ਜਿਉਂਦੇ ਨੇ, ਉਪਦੇਸ਼ ਨੂੰ ਮੰਨਦੇ ਨੇ। ਸੈਂਟਰਲ ਆਈਡੀਆ ਹੈ ਸ਼ਬਦ ਦਾ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ। ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਨੀ ਕੀ ਹੁੰਦਾ ਹੈ? ਵਿਚਾਰ ਨੂੰ ਮੰਨਣਾ। ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਨੇ, ਉਹ ਵਾਸ਼ਨਾ ਤੋਂ ਰਹਿਤ ਜੀਵਨ ਜਿਉ ਸਕਦੇ ਨੇ। ਇੱਛਾਵਾਂ ਨਹੀਂ, ਵਾਸ਼ਨਾਵਾਂ ਨਹੀਂ, ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੇ। ਜ਼ਿੰਮੇਵਾਰੀਆਂ ਸਮਝ ਕੇ ਪਰਉਪਕਾਰ ਦੇ ਮਿਸ਼ਨ ਤੇ ਤੁਰਦੇ ਨੇ। ਅੰਤਰ ਤਤ ਗਿਆਨ ਹਉਮੈ ਮਾਰੇ। ਅੰਦਰ ਤਤ ਗਿਆਨ, ਅਸਲੀਅਤ ਗਿਆਨ, ਅਸਲੀ ਸੋਝੀ ਆ ਜਾਂਦੀ। ਸੋਚ ਸੁਭਾਅ ਤੇ ਹਉਮੈ ਦੀ ਅੰਸ਼ ਜਿਹੜੀ ਪਕੜ ਹੈ ਨਾ, ਮੇਰਾ ਸੋਚ ਸੁਭਾਅ ਪਰਫੈਕਟ ਹੈ, ਇਹ ਟੁੱਟ ਜਾਂਦੀ ਹੈ। ਸੋਚ ਸੁਭਾਅ ਨੂੰ ਸੰਵਾਰਨਾ ਹਰ ਵੇਲੇ ਯਤਨਸ਼ੀਲ ਹੁੰਦਾ ਹੈ। ਉਹਦੇ ਲਈ ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਨੌ ਨਿਧ, ਜੋ ਵੀ ਮਟੀਰੀਅਲਿਜ਼ਮ ਹੈ, ਦੁਨੀਆ ਦੀ ਜੋ ਵੀ ਪ੍ਰਾਪਤੀ ਹੈ, ਉਸ ਤੋਂ ਵੀ ਕਿਤੇ ਉੱਤਮ ਹੈ ਗਿਆਨ ਰੂਪੀ ਨਾਮ ਪਦਾਰਥ ਦੀ ਪ੍ਰਾਪਤੀ। ਸੋਝੀ ਗੁਰੂ ਦੇ ਉਪਦੇਸ਼ਾਂ ਦੀ, ਰੱਬੀ ਉਪਦੇਸ਼, ਗਿਆਨ ਰੂਪੀ ਨਾਮ। ਇਹਨੂੰ ਪ੍ਰੈਕਟੀਕਲ ਜੀਵਨ 'ਚ ਮੰਨਣਾ ਆ ਜਾਵੇ, ਸੋਚ ਤੇ ਸੁਭਾਅ ਦੇ ਲੈਵਲ ਤੇ ਮੰਨਣਾ ਆ ਜਾਵੇ, ਬਸ ਇਹੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਹਦੇ ਨਾਲ ਫਿਰ ਉਹ ਤ੍ਰੈ ਗੁਣ ਜਿਹੜੇ ਹਨ ਉਹ ਮਿਟੇ ਜਾਂਦੇ ਨੇ। ਕਰਮ ਕਰਨੇ ਨੇ, ਸਮਾਂ ਵਿੱਚ ਨਹੀਂ ਕਿ ਮੈਨੂੰ ਕੁਛ ਮਿਲੇ, ਇਸ ਵਿੱਚ ਕਿ ਮੈਂ ਰੱਬ ਦੀ, ਗੁਰੂ ਦੀ ਜ਼ਿੰਮੇਵਾਰੀ ਨਿਭਾ ਰਿਹਾ। ਦੇਣਾ ਨਾ ਦੇਣਾ ਵਾਹਿਗੁਰੂ ਦੇ ਹੱਥ ਵਿੱਚ। ਫਿਰ ਉਹ ਸਤੋ ਗੁਣ ਧਰਮ ਨਿਭਾਏਗਾ, ਸਿੱਖਣ ਵਾਸਤੇ, ਧਰਮ ਨੂੰ ਜਿਉਣ ਵਾਸਤੇ ਮੰਗਾਂ ਕਰਕੇ ਅੰਦਰ ਤਮਾ ਨਹੀਂ ਹੋਈ। ਉਹਦੇ ਅੰਦਰ ਪਦਵੀ ਲੈਣ ਦੀ ਕੋਈ ਖਿੱਚ ਨਹੀਂ ਹੋਏਗੀ। ਜੇ ਪਦਵੀ ਮਿਲੇਗੀ ਤਾਂ ਉਸ ਨੂੰ ਜ਼ਿੰਮੇਵਾਰੀ ਸਮਝੇਗਾ, ਜ਼ਿੰਮੇਵਾਰੀ ਸਮਝ ਕੇ ਉਹਦੇ ਤੇ ਆਪਾ ਵਾਰ ਦੇਗਾ, ਆਪਾ ਵਾਰੇਗਾ, ਉਹਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੋਣਗੇ। ਉਹ ਤ੍ਰੈ ਗੁਣਾਂ ਨੂੰ ਮੈਨੇਜ ਕਰ ਲਏਗਾ। ਹਉਮੈ ਕਰੈ ਨਿਹ ਕਰਮੀ ਨਾ ਹੋਵੈ। ਜਿਹੜੇ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਪਰਫੈਕਟ ਮੰਨਦੇ ਨੇ, ਵਾਸ਼ਨਾ ਤੋਂ ਰਹਿਤ ਨਹੀਂ ਹੋ ਸਕਦੇ। ਗੁਰ ਪ੍ਰਸਾਦੀ ਹਉਮੈ ਖੋਵੈ। ਇਹ ਗੁਰੂ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਜਿਹੜੇ ਆਪਣੀ ਸੋਚ ਸੁਭਾਅ ਨੂੰ ਨਿਮਾਣਾ ਸਮਝ ਕੇ ਸਮਾਰਨ ਸ਼ਿੰਗਾਰਨ ਤੁਰ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਅੰਤਰ ਵਿਵੇਕ, ਅੰਦਰ ਆਤਮਿਕ ਸੋਝੀ, ਆਤਮਿਕ ਗਿਆਨ, ਉਹਦੀ ਨਿਸ਼ਾਨੀ ਸਦਾ ਆਪ ਵਿਚਾਰੇ। ਉਹ ਆਪੇ ਦੀ ਪੜਚੋਲ ਕਰਦੇ ਨੇ, ਆਪਣੀ ਸੋਚ ਸੁਭਾਅ ਦੀ ਪੜਚੋਲ ਕਰਦੇ। ਗੁਰ ਸ਼ਬਦੀ, ਗੁਰੂ ਦੇ ਸ਼ਬਦ ਅਨੁਸਾਰ, ਗੁਰਮਤ ਦੀ ਜੁਗਤ ਵਿੱਚ ਗੁਣ ਗਾਉਣੇ ਆ ਜਾਂਦੇ ਨੇ। ਫਿਰ ਦੁਹਰਾਦਿਆਂ ਤਿੰਨ ਚੀਜ਼ਾਂ ਯਾਦ ਰੱਖੀ ਗੁਣ ਗਾਉਣ ਦੀਆਂ। ਗੁਣਾਂ ਨੂੰ ਜ਼ਿੰਦਗੀ ਜਿਉਣਾ ਔਰ ਸ਼ੁਕਰਾਨਾ ਕਰਨਾ, ਇਹ ਗੁਣ ਗਾਉਣ ਦਾ ਇੱਕ ਹਿੱਸਾ ਹੈ। ਦੂਸਰਾ ਹਿੱਸਾ ਗੁਣਾਂ ਨੂੰ ਪਰਉਪਕਾਰ ਲਈ ਵਰਤਣਾ, ਔਰ ਪਰਉਪਕਾਰ ਲਈ ਜੋ ਉਦਮ ਹੈ, ਜੋ ਲਗਨ ਹੈ, ਜੋ ਮਿਹਨਤ ਹੈ, ਪਰਉਪਕਾਰੀ ਬਿਰਤੀ ਹੈ, ਇਹ ਵਾਹਿਗੁਰੂ ਜੀ ਦੀ ਹੈ। ਸ਼ੁਕਰਾਨਾ ਕਰਨਾ। ਨੰਬਰ 3, ਰੱਬ ਦੇ ਨਿਯਮਾਂ ਦੀ, ਰੱਬ ਦੇ ਗੁਣਾਂ ਦੀ, ਰੱਬ ਦੀਆਂ ਵਡਿਆਈਆਂ, ਰੱਬ ਦੀਆਂ ਬਖਸ਼ਿਸ਼ਾਂ, ਗੁਰਬਾਣੀ, ਗੁਰਮਤਿ, ਗੁਰਸਿੱਖੀ ਦੀ ਵਿਚਾਰ ਕਰਨੀ, ਰੱਬ ਦੇ ਗੁਣ ਗਾਉਣੇ।
ਇਸ ਭਾਵਨਾ ਨਾਲ ਕਰਨੀ, ਮੈਂ ਵੀ ਸਿੱਖਣਾ ਹੈ ਤੇ ਹੋਰਨਾਂ ਨੂੰ ਵੀ ਵੰਡਣਾ ਹੈ। ਇੱਦਾਂ ਫਿਰ ਇਹ ਗੁਣ ਗਾਉਣ ਦੇ ਤਿੰਨੋਂ ਹਿੱਸੇ ਪ੍ਰੈਕਟੀਕਲ ਜੀਵਨ। ਹਰ ਸਰ ਸਾਗਰ ਨਿਰਮਲ ਸੋਈ, ਸਮਝ ਲੱਗੀ ਵਾਹਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਦੇ ਰਸ ਦੇ ਐਸੇ ਸਾਗਰ ਨੇ, ਐਸੇ ਸਰੋਵਰ ਨੇ। ਉਹ ਅੰਮ੍ਰਿਤ ਦੇ ਰਸ ਦਾ ਸਰੋਵਰ ਆਪ ਵੀ ਨਿਰਮਲ ਹੈ। ਜਿਸ ਮਨ ਨੇ ਇਸ ਗਿਆਨ ਰੂਪੀ ਨਾਮ ਦੇ ਅੰਮ੍ਰਿਤ ਰਸ ਸਰੋਵਰ ਵਿੱਚ ਡੁੱਬੀ ਮਾਰੀ, ਉਹਨਾਂ ਦੀ ਸੋਚ ਸੁਭਾਅ ਦੀ ਮੈਲ ਵੀ ਉਤਰ ਜਾਂਦੀ। ਸੰਤ ਚੁਗਹਿ ਨਿਤ ਗੁਰਮੁਖ ਹੋਈ, ਉਹ ਫਿਰ ਹੰਸ ਪ੍ਰਵਿਰਤੀ ਦੇ ਨਾਲ ਸਿੱਖਿਆਵਾਂ ਚੁਗਦੇ ਨੇ। ਆਖੋ ਸੁਭਾਅ ਸੰਤ ਸਰੂਪ ਬਣ ਜਾਂਦਾ, ਸ਼ੈਤਾਨ ਸੁਭਾਅ ਨਹੀਂ ਹੁੰਦਾ। ਗੁਰਮੁਖਤਾਈ ਵਾਲੀ ਨਿਤ ਦੇ ਜੀਵਨ ਦੀ ਕਿਰਿਆ ਬਣ ਜਾਂਦੀ। ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਰਾਹੀਂ ਨਿਤ ਗੁਰਮੁਖ ਹੋਈ। ਇਸ ਤਰ੍ਹਾਂ ਦੀ ਰੋਜ਼ਾਨਾ ਦੀ ਉਹਨਾਂ ਦੀ ਜੀਵਨ ਕਿਰਿਆ ਹੁੰਦੀ ਹੈ। ਇਸ਼ਨਾਨ ਕਰਹਿ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾ ਬਣਿਆ। ਹੁਣ ਸਮਝ ਲੱਗ ਗਈ ਨਾ ਅੰਮ੍ਰਿਤਸਰ ਦਾ ਇਸ਼ਨਾਨ ਕੀ ਹੈ। ਇਸ਼ਨਾਨ ਕਰਨਾ ਸਦਾ ਦਿਨ ਰਾਤੀ, ਦਿਨ ਰਾਤ ਹਰ ਵੇਲੇ। ਸੁਭਾਅ ਤੇ ਸੋਚ ਨੂੰ ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਪਰਖਣਾ, ਔਰ ਜਿਹੜੀ ਪ੍ਰਵਿਰਤੀ ਸੁਭਾਅ ਦੀ, ਜਿਹੜੀ ਸੋਚ ਦੀ ਪ੍ਰਵਿਰਤੀ ਗੁਰੂ ਦੇ ਉਪਦੇਸ਼ ਅਨੁਸਾਰ ਫਿੱਟ ਨਹੀਂ ਹੈ, ਉਹਨੂੰ ਦੂਰ ਕਰਨਾ। ਇਹਨੂੰ ਕਹਿੰਦੇ ਨੇ ਮੈਲ ਲਾਉਣੀ, ਤੇ ਦਿਨ ਰਾਤ ਅੰਮ੍ਰਿਤ ਦੇ ਸਰ ਵਿੱਚ ਇਸ਼ਨਾਨ ਕਰਨਾ। ਆਹਾ, ਨਿੰਦਾ ਕਰਨ ਵਾਲੀ ਸੋਚ, ਨਿੰਦਾ ਸੁਣ ਕੇ ਰਸ ਮਾਨਣ ਵਾਲੀ ਸੋਚ ਗੁਰੂ ਦੇ ਉਪਦੇਸ਼ਾਂ ਦੇ ਫਿੱਟ ਨਹੀਂ ਆਉਂਦੀ। ਗੁਰੂ ਦੇ ਉਪਦੇਸ਼ ਦੇ ਉਸ ਬਾਣੀ ਦੇ ਨਾਲ ਜਿਸ ਵਿੱਚ ਲਿਖਿਆ ਹੈ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਜਿੱਥੇ ਲਿਖਿਆ ਹੈ ਕਿ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਇਹਨਾਂ ਪੰਕਤੀਆਂ ਦੇ ਗਿਆਨ ਵਿੱਚ ਆਪਣੇ ਮਨ ਨੂੰ, ਸੁਭਾਅ ਨੂੰ ਧੋ ਲੈ, ਇਸ਼ਨਾਨ ਕਰ ਲੈ। ਇਹ ਆਦਤ ਕੱਢ ਦੇ। ਆਖੋ ਦਿਨ ਰਾਤ ਇਸ਼ਨਾਨ ਕਰਨਾ, ਹਰ ਵੇਲੇ ਸੁਚੇਤ ਰਹਿਣਾ। ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਨਫ਼ਰਤ ਕਰ ਦੇ। ਉਹਦੇ ਲਈ ਹੰਸ ਪ੍ਰਵਿਰਤੀ ਚਾਹੀਦੀ, ਨਿਰਮਲ ਹੰਸਾ ਪ੍ਰੇਮ ਪਿਆਰ। ਹੰਸ ਪ੍ਰਵਿਰਤੀ ਚੰਗੇ ਮੰਦੇ ਦੀ ਪਹਿ, ਲੰਬੀ ਉਡਾਰੀ, ਪਰਉਪਕਾਰ ਦੇ ਮਿਸ਼ਨ ਤੇ ਤੁਰਨਾ, ਗੁਰੂ ਦੇ ਮਿਸ਼ਨ ਤੇ। ਇਸ ਮਾਰਗ ਨਾਲ ਗੂੜਾ ਪ੍ਰੇਮ ਪਿਆਰ ਹੋਵੇ। ਹਰ ਸਰ ਵਸੈ ਹਉਮੈ ਮਾਰ। ਹਰ ਸਰ ਕੀ ਹੈ? ਰੱਬੀ ਗਿਆਨ, ਸੱਚਾ ਗਿਆਨ, ਸਤਿਗੁਰ ਸਰੂਪ, ਗੁਰੂ ਦੇ ਉਪਦੇਸ਼। ਇਹਦੇ ਵਿੱਚੋਂ ਸੋਚ ਤੇ ਸੁਭਾਅ ਦੀ ਹਉਮੈ ਦੀ ਮੈਲ ਲਾ ਦੇ। ਨਾ ਕਹਿ ਮੇਰਾ ਸੁਭਾਅ ਪਰਫੈਕਟ ਹੈ, ਨਾ ਕਹਿ ਮੇਰੀ ਸੋਚ ਪਰਫੈਕਟ ਹੈ। ਇਸ ਸੋਚ ਤੇ ਸੁਭਾਅ ਨੂੰ ਬਦਲਣ ਦੀ ਲੋੜ ਹੈ। ਗੁਰੂ ਦੇ ਉਪਦੇਸ਼, ਰੱਬੀ ਗਿਆਨ, ਅੰਮ੍ਰਿਤ ਦਾ ਸਰ ਹੈ। ਇਸ ਵਿੱਚ ਡੁੱਬੀਆਂ ਮਾਰ ਕੇ ਉਹ ਮੈਲ ਲਾ ਦੇ। ਆਖੋ ਅਹਨਸ ਪ੍ਰੀਤ ਸ਼ਬਦ ਸੱਚ ਹੈ, ਹਰ ਸਰਵਾਸਾ ਪਾਵਣਿਆ। ਦਿਨ ਰਾਤ ਅਹਨਸ, ਹਰ ਵੇਲੇ, ਆਲਵੇਜ਼ ਗੂੜੀ ਪ੍ਰੀਤ ਪਾ, ਗੂੜਾ ਪਿਆਰ ਪਾ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ। ਹਰ ਵੇਲੇ ਮੰਨਣਾ, ਅੰਦਰੋਂ ਸੁਚੇਤ ਰਹਿਣਾ ਹੈ। ਸੱਚੇ ਵਾਹਿਗੁਰੂ ਜੀ ਦੇ ਇਸ ਹਰੀ ਦੇ ਸਰ ਵਿੱਚ, ਅੰਮ੍ਰਿਤ ਦੇ ਸਰ ਵਿੱਚ ਇਹ ਮਨ ਹਰ ਵੇਲੇ ਡੁੱਬੀ ਮਾਰੇ, ਹਰ ਵੇਲੇ ਗੁਰੂ ਦੇ ਉਪਦੇਸ਼ ਅਨੁਸਾਰ ਜਿਉਣਾ ਸਿੱਖੇ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਹ ਪ੍ਰਾਪਤੀ ਹੋਵੇ। ਭੁੱਲਾਂ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ।